the bell icon on YouTube app and never miss another update. ਸਾਹਮਣੇ ਲੈ ਕੇ ਆਏ ਬਿਕੋਜ਼ ਅੱਜ ਕੱਲ ਇੱਕ ਖਬਰ ਜਿਹੜੀ ਹੈਗੀ ਹੈ ਉਹ ਸਟੂਡੈਂਟ ਦੇ ਵਿੱਚ ਚੱਲ ਰਹੀ ਹੈ ਤੇ ਇੱਕ ਹੌਟ ਟੌਪਿਕ ਵੀ ਬਣਿਆ ਹੋਇਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਆ ਜਿਹੜੇ ਇੱਥੋਂ ਟਰੈਵਲ ਕਰਨਾ ਚਾਹੁੰਦੇ ਆ ਕੈਨੇਡਾ ਤੇ ਬਾਹਰ ਹੋਰ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਕਿਤੇ ਜਾ ਨਹੀਂ ਪਾ ਰਹੇ ਆ ਬਿਕੋਜ਼ ਕਾਫੀ ਸਾਰੀ ਰਿਸਟ੍ਰਿਕਸ਼ਨਸ ਲੱਗ ਚੁੱਕੀਆਂ ਬਿਕੋਜ਼ ਆਫ ਕਰੋਨਾ। ਸੋ ਇੱਕ ਇੰਟਰਨੈਸ਼ਨਲ ਸਟੂਡੈਂਟ ਸਾਡੇ ਨਾਲ ਨੇ ਇਹਨਾਂ ਦਾ ਨਾਮ ਹੈਗਾ ਜੀ ਹਰਸਿਮਰਨ ਕੌਰ। ਸੋ ਇਹ ਤੁਹਾਨੂੰ ਦੱਸਣਗੇ ਕਿ ਕਿਹੜੀ ਪਰੇਸ਼ਾਨੀ ਇਹਨਾਂ ਨੂੰ ਹੋਈ ਤੇ ਇਸ ਵਕਤ ਇਹ ਕਿੱਥੇ ਨੇ ਇਹ ਤੁਹਾਨੂੰ ਆਪਣੀ ਸਾਰੀ ਸਟੋਰੀ ਜਿਹੜੀ ਹੈਗੀ ਹੈ ਜੀ ਇਹਨਾਂ ਦੀ ਜਿਹੜੀ ਜਰਨੀ ਹੈ ਤੁਹਾਨੂੰ ਇਹ ਆਪ ਦੱਸਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ ਤੁਹਾਡਾ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਬਸ ਠੀਕ ਠਾਕ ਜੀ। ਸੋ ਹਰਸਿਮਰਨ ਇੱਕ ਤੁਹਾਡੀ ਜਿਹੜੀ ਜਰਨੀ ਰਹੀ ਹੈ ਇੰਡੀਆ ਤੋਂ ਲੈ ਕੇ ਹੁਣ ਤੱਕ ਕੈਨੇਡਾ ਤੱਕ। ਹਾਂਜੀ, ਐਕਚੁਅਲੀ ਮੈਂ ਵੀ ਜਦੋਂ ਲੈਂਡ ਕੀਤੀ ਸੀ ਤਾਂ ਬਹੁਤ ਸਾਰੇ ਬੱਚੇ ਮੈਸੇਜ ਕਰਦੇ ਰਹਿੰਦੇ ਆ ਤੇ ਬਹੁਤ ਅੱਛਾ ਕੀਤਾ ਜਿਹੜਾ ਤੁਸੀਂ ਕੰਟੈਕਟ ਕਰਕੇ ਤੇ ਇਹ ਆਈਡੀਆ ਸੋਚਿਆ ਕਿ ਅਸੀਂ ਉਹਨਾਂ ਦੀ ਕੁਐਰੀਜ਼ ਨੂੰ ਸੋਲਵ ਕਰਾਂਗੇ। ਸਭ ਤੋਂ ਪਹਿਲੇ ਮੈਂ ਇਹ ਕਹਾਂਗੀ ਕਿ ਮੇਰਾ ਆਪਣਾ ਐਕਸਪੀਰੀਅੰਸ ਹੈ, ਮੈਂ ਸਿਰਫ ਉਹਨਾਂ ਦੀ ਹੈਲਪ ਕਰਨ ਦੇ ਲਈ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ, ਬਲਕਿ ਇਹਦੇ 'ਚ ਕੋਈ ਇਹ ਪੱਕਾ ਨਹੀਂ ਹੈ ਕਿ ਜੋ ਮੇਰੇ ਨਾਲ ਹੋਇਆ ਉਹੀ ਕਿਸੇ ਨਾਲ ਹੋਏਗਾ। ਮੇਰੇ ਤੋਂ ਡਿਫਰੈਂਟ ਵੀ ਹੋ ਸਕਦਾ ਹੈ, ਪਰ ਹਾਂ ਉਹਨਾਂ ਨੂੰ ਇੱਕ ਆਈਡੀਆ ਜ਼ਰੂਰ ਮਿਲ ਸਕਦਾ ਹੈ ਮੇਰੀ ਗੱਲਾਂ ਤੋਂ, ਕਿਉਂਕਿ ਜਦੋਂ ਬੰਦਾ ਨਿਕਲ ਕੇ ਪਹੁੰਚ ਜਾਂਦਾ ਤਾਂ ਬਹੁਤ ਸਾਰੀਆਂ ਗੱਲਾਂ ਆਲੇ ਦੁਆਲੇ ਵੀ ਪਤਾ ਲੱਗਦੀਆਂ ਨੇ। ਤੇ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗੀ ਮੇਰੀ ਫਲਾਈਟ ਸੀਗੀ ਸਪਾਈਸ ਜੈਟ ਦੀ ਤੇ ਉਹਨਾਂ ਨੇ ਕਨਫਰਮੇਸ਼ਨ ਤਾਂ ਬਹੁਤ ਦਿਨਾਂ ਪਹਿਲਾਂ ਦੇਤੀ ਸੀ, ਪਰ ਜਿਹੜੀ ਟਿਕਟ ਹੈ ਸਪਾਈਸ ਜੈਟ ਦੀ ਉਹ ਇੱਕ ਦਿਨ ਪਹਿਲਾਂ ਹੀ ਮਿਲਦੀ ਹੈ। ਤੇ ਉਸ ਤੋਂ ਬਾਅਦ ਦਿੱਲੀ ਏਅਰਪੋਰਟ ਦੀ ਗੱਲ ਕਰੋ ਤਾਂ ਬਹੁਤ ਟਾਈਮ ਕੰਜ਼ਿਊਮਿੰਗ ਸੀਗਾ, ਇਮੀਗ੍ਰੇਸ਼ਨ ਤੇ ਬਹੁਤ ਟਾਈਮ ਲੱਗਦਾ ਹੈ, ਬੋਰਡਿੰਗ ਕਰਨ ਦੇ ਲਈ ਬਹੁਤ ਟਾਈਮ ਲੱਗਦਾ ਹੈ, ਬਟ ਐਟ ਦ ਐਂਡ ਠੀਕ ਰਹਿੰਦਾ ਹੈ। ਤੇ ਪੀਓਈ ਜਿਹੜੀ ਹੈ, ਜਿਹੜਾ ਬੱਚਿਆਂ ਨੂੰ ਅੱਜ ਕੱਲ੍ਹ ਸਪੋਰਟ ਲੈਟਰ ਮਿਲ ਰਿਹਾ ਹੈ, ਉਹ ਦਿੱਲੀ ਏਅਰਪੋਰਟ ਤੇ ਬੋਰਡਿੰਗ ਤੋਂ ਪਹਿਲੇ ਜ਼ਰੂਰ ਚੈੱਕ ਕਰਦੇ ਨੇ। ਮਤਲਬ ਜਿਹੜੇ ਕਹਿ ਰਹੇ ਨੇ ਕਿ ਮੈਂਡੇਟਰੀ ਹੈ, ਉਹ ਜੇ ਕੈਨੇਡਾ ਇਮੀਗ੍ਰੇਸ਼ਨ 'ਚ ਹੈ ਜਾਂ ਨਹੀਂ ਉਹਦਾ ਤਾਂ ਨਹੀਂ ਕਹਿ ਸਕਦੇ, ਕਿਉਂਕਿ ਕਈ ਵਾਰੀ ਕੈਨੇਡਾ ਇਮੀਗ੍ਰੇਸ਼ਨ ਚੈੱਕ ਕਰਦੇ, ਕਈ ਵਾਰੀ ਨਹੀਂ ਕਰਦੇ। ਪਰ ਦਿੱਲੀ ਏਅਰਪੋਰਟ ਤੇ ਬੋਰਡਿੰਗ ਤੋਂ ਪਹਿਲਾਂ ਪੀਓਈ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਫਿਰ ਬੋਰਡ ਨਹੀਂ ਕਰਨ ਦਿੰਦੇ ਜੇ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈ ਤਾਂ। ਓਕੇ, ਇਹ ਇੱਕ ਕੁਐਸਚਨ ਜਿਹੜਾ ਨੇ ਇੱਕ ਸਟੂਡੈਂਟ ਨੇ ਇਹ ਪੁੱਛਿਆ ਸੀਗਾ, ਤੁਸੀਂ ਉਹਦਾ ਆਨਸਰ ਦੇਤਾ ਬਿਕੋਜ਼ ਕਾਫੀ ਸਟੂਡੈਂਟਸ ਦੇ ਮੈਸੇजेस ਆਏ ਸੀਗੇ ਤੇ ਇੱਕ ਕੋਈ ਪੁੱਛ ਵੀ ਰਿਹਾ ਸੀਗਾ ਕਿ ਪੀਓਈ ਜੇ ਬਿਕੋਜ਼ ਕਾਫੀ ਸਟੂਡੈਂਟ ਨੇ ਟਿਕਟਸ ਕਰਾ ਚੁੱਕੇ ਹੋਏ ਆ ਤੋ ਤੇ ਉਹਨਾਂ ਦੇ ਪੀਓਈ ਹਲੇ ਨਹੀਂ ਆਈ। ਤਾਂ ਕਾਫੀ ਸਟੂਡੈਂਟ ਦੇ ਮਾਈਂਡ ਦੇ ਵਿੱਚ ਹੈਗਾ ਕਿ ਆਪਾਂ ਜੇ ਐਡਿਟ ਕਰ ਲਈਏ ਇਹ ਚੀਜ਼ਾਂ ਕਰਕੇ ਆਪਾਂ ਚੱਲ ਜਾਈਏ। ਤੋ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਿੱਦਾਂ ਕਿ ਤੁਸੀਂ ਦੱਸਿਆ ਕਿ ਬੋਰਡਿੰਗ ਤੋਂ ਪਹਿਲਾਂ ਇੱਥੇ ਦਿੱਲੀ ਦੇ ਵਿੱਚ ਉਹ ਚੈੱਕ ਹੁੰਦਾ ਹੈ ਨਾ, ਇਹ ਬਹੁਤ ਹੀ ਇੰਪੋਰਟੈਂਟ ਨਿਊਜ਼ ਤੁਸੀਂ। ਤੋ ਹੋਰ ਹੁਣ ਤੁਸੀਂ ਜਦੋਂ ਉੱਥੇ ਕਿੰਨਾ ਟਾਈਮ ਲੱਗਿਆ ਤੁਹਾਨੂੰ ਫਲਾਈਟ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਹਾਂਜੀ, ਤੁਸੀਂ ਕੀ ਕੀਤਾ? ਜੇ ਤੁਸੀਂ ਫਲਾਈਟ ਦੀ ਗੱਲ ਕਰੋ ਤਾਂ ਫਲਾਈਟ ਬਹੁਤ ਲੰਬੀ ਸੀਗੀ, ਬਹੁਤ ਟਾਈਮ ਲੱਗਿਆ ਉਹਨੂੰ, ਐਟਲੀਸਟ ਫॉर ਅਰਾਊਂਡ 24 ਆਵਰਸ ਅਸੀਂ ਫਲਾਈ ਕਰ ਰਹੇ ਸੀਗੇ। ਐਂਡ ਈਵਨ ਜਿਹੜੇ ਹਾਲਟ ਸੀਗੇ ਵਿੱਚ ਉਹ ਸੀਗਾ ਤਾਂ ਫਿਊਲਿੰਗ ਹਾਲਟ, ਇਹਦੇ 'ਚ ਸਾਨੂੰ ਕੋਈ ਡੇਂਜਰ ਨਹੀਂ ਸੀ ਕਿਉਂਕਿ ਅਸੀਂ ਬਾਹਰ ਨਹੀਂ ਨਿਕਲ ਰਹੇ ਸੀਗੇ, ਪਰ ਅੰਦਰ ਬਹਿਣਾ ਵੀ ਬਹੁਤ ਟਫ ਹੋ ਗਿਆ ਸੀ। ਬਟ ਐਨੀ ਹਾਓ ਅਸੀਂ ਲੈਂਡ ਕੀਤਾ। ਤੇ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ CBSA ਆਫਿਸਰਸ ਤੁਹਾਨੂੰ ਕੀ ਪੁੱਛਦੇ ਨੇ, ਤੇ ਉਹ ਲੋਕ ਸਭ ਕੁਝ ਪੁੱਛਦੇ ਆ ਕਿਉਂਕਿ ਉਹਨਾਂ ਕੋਲ ਆਨਲਾਈਨ ਜਿਹੜਾ ਤੁਹਾਡਾ ਰਿਕਾਰਡ ਹੈ ਉਹ ਪਾਸਪੋਰਟ ਤੋਂ ਸ਼ੋ ਹੋ ਜਾਂਦਾ ਹੈ। ਤੇ ਓਕੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਉਹ ਤੁਹਾਨੂੰ ਕੋਈ ਚੀਜ਼, ਉਹ ਜੋ ਪੁੱਛਦੇ ਨੇ ਉਹ ਕ੍ਰਾਸ ਚੈੱਕ ਕਰਦੇ ਆ। ਤੇ ਜ਼ਰੂਰੀ ਨਹੀਂ ਹੈ ਕਿ ਉਹ ਜ਼ਰੂਰ ਪੁੱਛਣ। ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਉਹਨਾਂ ਨੇ ਇੱਕ ਦੋ ਸਵਾਲ ਪੁੱਛੇ, ਹਾਰਡਲੀ ਕੁਝ ਪੁੱਛਿਆ ਨਹੀਂ, ਬਟ ਮੇਰੇ ਤੋਂ ਅੱਗੇ ਪਿੱਛੇ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਕੁਝ ਪੁੱਛਿਆ, ਬਹੁਤ ਜ਼ਿਆਦਾ ਸਟ੍ਰਿਕਟ ਸੀਗੇ ਉਹਨਾਂ ਨਾਲ। ਤੇ ਮੇਰੇ ਨਾਲ ਹੋਰ ਐਸੇ ਬੱਚੇ ਵੀ ਸੀ ਜਿਨ੍ਹਾਂ ਨੂੰ ਕੁਛ ਨਹੀਂ ਪੁੱਛਿਆ, ਬਟ ਕਈ ਏਦਾਂ ਦੇ ਵੀ ਸੀ ਜਿਨ੍ਹਾਂ ਨੂੰ ਉਹਨਾਂ ਨੇ ਡਾਊਟਫੁਲ ਪਾ ਦਿੱਤਾ। ਜਿਵੇਂ ਇੱਕ ਕੁੜੀ ਦੀ ਫੀਸ ਰਿਸੀਟ ਦੀ ਗੱਲ ਕਰ ਰਹੇ ਸੀਗੇ ਕਿ ਤੁਹਾਡੀ ਇੱਥੇ ਠੀਕ ਨਹੀਂ ਹੈ, ਤੁਸੀਂ ਦੂਸਰੀ ਕਾਲਜ ਤੋਂ ਕਨਫਰਮ ਕਰੋ। ਤਾਂ ਕਈ ਵਾਰੀ ਉਹ ਡਿਪੋਰਟ ਨਹੀਂ ਕਰਦੇ, ਵਾਪਸ ਨਹੀਂ ਭੇਜਦੇ, ਉੱਥੇ ਹੀ ਉਹਨਾਂ ਨੂੰ ਏਜੰਟ ਨਾਲ ਗੱਲ ਕਰਨ ਦੇ ਲਈ ਜਾਂ ਕਾਲਜ ਨਾਲ ਕੰਟੈਕਟ ਕਰਨ ਲਈ ਕਹਿੰਦੇ ਆ। ਤੇ ਜੇ ਬੱਚੇ ਨੂੰ ਕੋਈ ਪ੍ਰੋਬਲਮ ਆਏ ਤੇ ਜੇ ਉਹ ਕਾਲਜ ਤੋਂ ਰੀਕਨਫਰਮ ਕਰਾ ਦੇਣ ਕਿ ਇਹ ਵਾਲੀ ਸਾਡੀ ਜਿਹੜੀ ਕੁਐਰੀ ਹੈ ਉਹ ਠੀਕ ਹੈ, ਤੁਸੀਂ ਕਾਲਜ ਵਾਲੇ ਨਾਲ ਗੱਲ ਕਰ ਲਓ, ਤਾਂ ਫਿਰ ਉਹ ਕੁਛ ਨਹੀਂ ਕਹਿੰਦੇ। ਬਟ ਮੇਨ ਓਕੇ ਜੇ ਤੁਸੀਂ ਦਿੱਕਤ ਹੈ ਤਾਂ ਦਿੱਕਤ ਹੈ ਤੁਹਾਡੇ ਕੌਨਫੀਡੈਂਸ ਦੀ। ਤੁਸੀਂ ਉੱਥੇ ਜੇ ਉਹਨਾਂ ਨਾਲ ਕੌਨਫੀਡੈਂਸ ਦੇ ਨਾਲ ਗੱਲ ਕਰਦੇ ਹੋ ਤਾਂ ਉਹ ਲੋਕ ਤੁਹਾਨੂੰ ਕੁਛ ਨਹੀਂ ਕਹਿਣਗੇ। ਬਾਕੀ ਸਭ ਤੋਂ ਵੱਡੀ ਗੱਲ, ਜੇ ਤੁਹਾਨੂੰ ਪਤਾ ਹੈ ਤੁਹਾਡੇ ਡਾਕੂਮੈਂਟਸ ਠੀਕ ਹੈ ਤਾਂ ਤੁਸੀਂ ਨੋਰਮਲ ਰਹੋ। ਕਈਆਂ ਦੇ ਅੱਜ ਕੱਲ੍ਹ ਸਟੂਡੈਂਟਸ ਬਹੁਤ ਏਦਾਂ ਕਰਦੇ ਨੇ, ਕਈਆਂ ਦੇ ਡਾਕੂਮੈਂਟਸ ਠੀਕ ਨਹੀਂ ਹੁੰਦੇ, ਇਸ ਕਰਕੇ ਉਹਨਾਂ ਨੂੰ ਸਾਰੇ ਰਸਤੇ ਵੀ ਡਰ ਹੁੰਦਾ ਤੇ ਇਮੀਗ੍ਰੇਸ਼ਨ ਤੇ ਵੀ ਡਰ ਹੁੰਦਾ। ਬਾਕੀ ਹਾਂਜੀ ਟਾਈਮ ਬਿਲਕੁਲ ਕੰਜ਼ਿਊਮਿੰਗ ਬਹੁਤ ਹੈ। ਜੀ ਜੀ। ਤੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਕੌਨਫੀਡੈਂਸ ਜਿਹੜਾ ਹੈਗਾ ਹੈ ਨਾ
ਉਹ ਆਪਣਾ ਹੋਣਾ ਚਾਹੀਦਾ ਬੱਚੇ ਦੇ ਵਿੱਚ, ਬਿਕੋਜ਼ ਅੱਜ ਕੱਲ੍ਹ ਤੁਸੀਂ ਦੇਖਿਆ ਹੈ ਕਿ ਪਲੱਸ ਟੂ ਕਰ ਕਰਕੇ ਬੱਚੇ ਬਾਹਰ ਜਾ ਰਹੇ ਹੈ, ਕੌਨਫੀਡੈਂਸ ਨਹੀਂ ਹੁੰਦਾ ਉਹਨਾਂ ਦੇ ਵਿੱਚ, ਬਿਲਡ ਨਹੀਂ ਹੁੰਦਾ। ਤੋ ਉੱਥੇ ਜਾ ਕੇ ਸੁਣਨ ਦੇ ਵਿੱਚ ਵੀ ਇਹ ਆਇਆ ਕਿ ਉੱਥੇ ਜਾ ਕੇ ਜਿਹੜੇ ਪਲੱਸ ਟੂ ਕਰ ਕਰਕੇ ਬੱਚੇ ਗਏ ਹੋਏ ਆ, ਉਹ ਕੁਆਰੰਟਾਈਨ ਨਹੀਂ ਹੋਏ ਤੇ ਬਾਹਰ ਘੁੰਮ ਰਹੇ ਸੀਗੇ। ਤੁਹਾਡੇ ਜੀ ਸੁਣਨ ਦੇ ਵਿੱਚ ਵੀ ਏਦਾਂ ਦਾ ਕੁਝ ਆਇਆ ਹੈ ਕਿ ਨਹੀਂ ਆਇਆ? ਬਿਕੋਜ਼ ਮੈਂ ਨਿਊਜ਼ ਸੁਣੀ ਸੀ, ਮੈਨੂੰ ਵੀ ਕਿਸੇ ਫੋਨ ਨੇ ਦੱਸਿਆ, ਤੋ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਇਸ ਬਾਰੇ, ਇਸ 'ਚ ਕਿੰਨੀ ਕੁ ਸੱਚਾਈ ਹੈਗੀ ਹੈ ਜੀ? ਹਾਂਜੀ ਬਿਲਕੁਲ, ਮੇਰਾ ਅੱਜ 7th ਡੇ ਹੈ ਕੁਆਰੰਟੀਨ ਦਾ, ਤੇ ਤੁਸੀਂ 3-4 ਦਿਨ ਤੋਂ ਦੇਖੋ ਤਾਂ ਮੇਰੇ ਲੈਂਡ ਕਰਨ ਤੋਂ ਬਾਅਦ ਹੀ ਕੁਆਰੰਟੀਨ ਦਾ 7th ਡੇ ਹੈ। ਤੇ ਜੇ ਤੁਸੀਂ ਦੇਖੋ ਤਾਂ ਮੇਰੇ ਲੈਂਡ ਕਰਨ ਤੋਂ 2-3 ਦਿਨ ਬਾਅਦ ਹੀ ਕਾਫੀ ਇਦਾਂ ਦੀਆਂ ਨਿਊਜ਼ ਆਉਣ ਲੱਗ ਗਈਆਂ ਸੀਗੀਆਂ ਕਿ ਬੱਚੇ ਜਿਹੜੇ ਆ ਰੂਲਸ ਤੋੜ ਰਹੇ ਆ। ਤੇ ਕੈਨੇਡਾ ਗਵਰਨਮੈਂਟ ਦੀ ਜੇ ਗੱਲ ਕਰੋ ਤਾਂ ਉਹ ਲੋਕ ਜੇ ਨੰਬਰ ਆਫ ਸਟੂਡੈਂਟਸ ਕਾਊਂਟ ਕਰੋ ਤਾਂ ਸਾਰਿਆਂ ਨੂੰ ਵਾਪਸ ਨਹੀਂ ਭੇਜ ਸਕਦੇ। ਜੋ ਮੈਂ ਇੱਥੇ ਰਹਿ ਕੇ ਐਕਸਪੀਰੀਅੰਸ ਕਰ ਰਹੀ ਹਾਂ ਉਹ ਇਹ ਹੈ ਕਿ ਕਾਲਜ ਵਾਲਿਆਂ ਨੇ ਪੀਓਈ ਦੇਣ ਦੇ ਰੂਲਸ ਹੀ ਚੇਂਜ ਕਰਤੇ ਨੇ। ਜਿਵੇਂ ਹੁਣ ਅਸੀਂ ਅੱਛਾ। ਜਿਹੜੇ ਵੀ ਕੁਆਰੰਟੀਨ ਪਲੇਸਿਸ ਹੈ ਉਹ ਗਵਰਨਮੈਂਟ ਦੇ ਅੰਡਰ ਨਹੀਂ ਹੈ, ਕੁਆਰੰਟੀਨ ਪਲੇਸਿਸ ਜਿਹੜੇ ਹੈ ਉਹ ਕਾਲਜਿਸ ਦੇ ਅੰਡਰ ਹੈ। ਮਤਲਬ ਹੁਣ ਕਾਲਜ ਦੀ ਰਿਸਪੌਂਸਿਬਿਲਿਟੀ ਹੈ ਕਿ ਕਾਲਜ ਬੱਚੇ ਨੂੰ ਕਾਲ ਕਰਕੇ ਗੱਲ ਕਰਨਗੇ ਤੇ ਉਹਨਾਂ ਦੀ ਇਨਸਪੈਕਸ਼ਨ ਕਰਨਗੇ ਕਿ ਉਹ ਅੰਦਰ ਨੇ ਜਾਂ ਬਾਹਰ ਨੇ। ਕਿਉਂਕਿ ਬੱਚੇ ਕਈ ਵਾਰੀ ਹਾਫ ਐਨ ਆਵਰ ਲਈ ਬਾਹਰ ਨਿਕਲ ਜਾਂਦੇ ਹੈ ਜਾਂ ਉਹਨਾਂ ਦੀ ਗੱਲ ਨਹੀਂ ਮੰਨਦੇ, ਤਾਂ ਉਹ ਸਾਰਿਆਂ ਨੂੰ ਕੰਟਰੋਲ ਕਰਨ ਦੇ ਲਈ ਕੋਈ ਨਾ ਕੋਈ ਵਿੱਚੋਂ ਵੇ ਲੱਭ ਲੈਂਦੇ ਨੇ। ਤੇ ਹੁਣ ਉਹਨਾਂ ਨੇ ਆਈਸੈਂਟ ਕਰਕੇ ਐਪ ਔਨ ਕਰ ਦਿੱਤੀ ਹੈ। ਆਈਸੈਂਟ ਐਪ ਦੇ ਵਿੱਚ ਬਹੁਤ ਸਾਰੇ ਮੈਂਡੇਟਰੀ ਫਾਰਮਸ ਹੈ ਜਿਹਦੇ ਵਿੱਚ ਤੁਹਾਨੂੰ ਡੇਲੀ ਦੀ ਅਟੈਂਡੈਂਸ ਵੀ ਲਾਣੀ ਪੈਂਦੀ ਹੈ। ਮਤਲਬ ਜੇ ਤੁਸੀਂ ਸੋਚੋ ਕਿ ਅਸੀਂ ਆ ਕੇ ਆਪਣੇ ਦਿਨ ਕੱਟ ਲਈਏ ਤੇ ਅਸੀਂ ਹੁਣ ਇੱਥੇ ਕਿਸੇ ਨੂੰ ਪਤਾ ਨਹੀਂ ਲੱਗੇਗਾ, ਏਦਾਂ ਨਹੀਂ ਹੈਗਾ। ਹੁਣ ਜਿਹੜੇ ਤੁਸੀਂ ਹੈਗੇ ਹੋ ਕਾਲਜ ਦੀ ਇਨਸਪੈਕਸ਼ਨ ਦੇ ਅੰਡਰ ਹੋ। ਜੇ ਤੁਸੀਂ ਕਾਲਜ ਦੇ ਨੋਰਮਸ ਪੂਰੇ ਨਹੀਂ ਕਰੋ ਤਾਂ ਤੁਹਾਨੂੰ ਪੀਓਈ ਨਹੀਂ ਮਿਲੇਗੀ। ਤੇ ਕਾਲਜ ਦੇ ਨੋਰਮਸ ਇਹ ਨੇ ਕਿ ਕੈਂਪਸ ਦੇ ਵਿੱਚ ਕਈ ਕੁਆਰੰਟੀਨ ਪਲੇਸਿਸ ਉਹਨਾਂ ਨੇ ਔਨ ਕਰ ਦਿੱਤੀਆਂ ਹੁਣ, ਤੇ ਤੁਸੀਂ ਉਹਨਾਂ ਦੀ ਕੈਂਪਸ ਦੀ ਕੁਆਰੰਟੀਨ ਪਲੇਸ ਤੁਹਾਨੂੰ ਲੈਣੀ ਪਏਗੀ, ਫੇਰ ਹੀ ਉਹ ਪੀਓਈ ਦੇਣਗੇ। ਕਿਉਂਕਿ ਉਹ ਲੋਕ ਬਹੁਤ ਅੱਗੇ ਦਾ ਸੋਚ ਕੇ ਚੱਲਦੇ ਨੇ। ਹੁਣ ਇੱਥੇ ਰਹਿ ਕੇ ਮੈਂ ਕਾਫੀ ਕੁਝ ਐਕਸਪੀਰੀਅੰਸ ਕਰ ਰਹੀ ਹਾਂ ਕਿ ਹੁਣ ਬੱਚੇ ਬਿਲਕੁਲ ਅੰਦਰ ਬੈਠੇ ਨੇ ਤੇ ਬਾਹਰ ਹੈ ਨਹੀਂ ਕੋਈ, ਤੇ ਜਦੋਂ ਕੁਆਰੰਟੀਨ ਪੀਰੀਅਡ ਖਤਮ ਹੋਏਗਾ ਉਦੋਂ ਹੀ ਜਾਣਗੇ। ਤੇ ਮੇਰੇ ਨਾਲ ਦੇ 2-3 ਬੱਚਿਆਂ ਦੇ ਨਾਲ ਇਨਸਪੈਕਸ਼ਨ ਹੋਈ ਵੀ ਹੈ, ਕਾਲਜ ਵਾਲੇ ਸ਼ਾਮ ਨੂੰ ਚੈੱਕ ਕਰਨ ਆਉਂਦੇ ਨੇ। ਤੇ ਤੁਹਾਨੂੰ ਹੁਣ ਤੱਕ ਕੋਈ ਇਨਸਪੈਕਸ਼ਨ ਜਾਂ ਫਿਰ ਦੇਖਣ ਵਾਸਤੇ ਤੁਹਾਨੂੰ ਆਇਆ, ਤੁਸੀਂ ਅਮ, ਕੁਆਰੰਟਾਈਨ ਹੋਏ ਕਿ ਨਹੀਂ ਆਏ? ਨਹੀਂ ਇਨਸਪੈਕਸ਼ਨ ਤਾਂ ਨਹੀਂ, ਬਟ ਮੈਨੂੰ ਮੇਲ ਆਈ ਹੋਈ ਸੀ। ਐਕਚੁਅਲੀ ਮੇਰਾ ਨੰਬਰ ਜਿਹੜਾ ਹੈ ਮੇ ਵੀ ਸ਼ਾਇਦ ਉਹਨਾਂ ਕੋਲੋਂ ਕੰਟੈਕਟ ਹੋ ਨਹੀਂ ਪਾ ਰਿਹਾ। ਕੱਲ ਵੀ ਮੇਰੇ ਇੱਕ ਫਰੈਂਡ ਨੇ ਨਾਲ ਟਰੈਵਲ ਕੀਤਾ ਸੀ, ਉਹਨਾਂ ਨੂੰ ਵੀ ਉਹਨਾਂ ਦੇ ਅੱਗੇ ਕਿਸੇ ਫਰੈਂਡ ਨੂੰ ਮੇਲ ਆਈ ਸੀਗੀ ਕਿ ਅਸੀਂ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਗਵਰਨਮੈਂਟ ਦਾ ਤੇ ਕਾਲਜ ਦਾ ਫੋਨ ਤੁਹਾਡਾ ਜਿਹੜਾ ਮਿਲ ਨਹੀਂ ਰਿਹਾ। ਤੇ ਉਹਨਾਂ ਨੂੰ ਇੱਕ ਮੇਲ ਪਾਣੀ ਪਏਗੀ ਕਿ ਸਾਡਾ ਇਹ ਵਾਲਾ ਨੰਬਰ ਅਵੇਲੇਬਲ ਹੈ ਪਰ ਸਿਰਫ WhatsApp ਦੇ ਉੱਤੇ, ਤਾਂ ਫਿਰ ਉਹ ਲੇਟਰ ਔਨ ਕਾਲ ਕਰਨਗੇ। ਸੋ ਇਹ ਪੀਓਈ ਲੈਟਰ ਜਿਹੜਾ ਹੈਗਾ ਮਤਲਬ ਹੁਣ ਦੇ ਵਿੱਚ ਇਹ ਵੀ ਆ ਰਿਹਾ ਕਿ ਕਾਫੀ ਲੋਕਾਂ ਨੂੰ, ਜਿਹੜੇ ਸਟੂਡੈਂਟਸ ਹੈਗੇ ਉਹਨਾਂ ਨੂੰ ਉਹ ਨਹੀਂ ਦੇ ਰਹੇ। ਜੀ ਹੁਣ ਇਹ ਕੁਝ ਡੇਟਸ ਵਗੈਰਾ ਵੀ ਉਹਨਾਂ ਨੇ ਕੁਝ ਅੱਗੇ ਕਰਤੀਆਂ, ਇਹਦੇ ਬਾਰੇ ਵੀ ਕੁਝ ਸਟੂਡੈਂਟ? ਹਾਂਜੀ ਹਾਂਜੀ, ਐਕਚੁਅਲੀ ਜਿਹੜੇ ਕਈ ਕਾਲਜਿਸ ਵਾਲਿਆਂ ਨੇ ਬੋਲਿਆ ਸੀਗਾ ਕਿ ਜਿਹੜਾ ਸਮੈਸਟਰ ਹੈਗਾ ਨਾ ਇਹ ਵਾਲਾ ਸੈਪਟੈਂਬਰ ਵਾਲਾ, ਉਹ ਤੁਸੀਂ ਡੈਫਰ ਕਰ ਸਕਦੇ ਹੋ ਜਨਵਰੀ ਦੇ ਵਿੱਚ। ਤੇ ਕਈ ਬੱਚਿਆਂ ਨੇ ਇਹ ਸੋਚ ਲਿਆ ਸੀਗਾ ਕਿ ਅਸੀਂ ਜਨਵਰੀ ਡੈਫਰ ਕਰ ਲੈਂਦੇ ਹਾਂ, ਜਿਵੇਂ ਪਹਿਲਾਂ ਸੋਚਿਆ ਸੀ ਲੋਕਾਂ ਨੇ ਕਿ April May ਵਾਲਾ ਇਨਟੇਕ ਹੈ ਤਾਂ ਚਲੋ ਡੈਫਰ ਕਰ ਲਾਂਗੇ, ਸੈਪਟੈਂਬਰ 'ਚ ਟਰੈਵਲ ਕਰ ਲਾਂਗੇ। ਹੁਣ ਵੀ ਕਈ ਬੱਚੇ ਇਹ ਸੋਚ ਰਹੇ ਨੇ ਕਿ ਸੈਪਟੈਂਬਰ ਰਹਿਣ ਦਿੰਦੇ ਹਾਂ, ਜਨਵਰੀ ਕਰ ਲੈਂਦੇ ਹਾਂ ਤੇ ਜਨਵਰੀ ਦੇ ਵਿੱਚ ਟਰੈਵਲ ਕਰ ਲਾਂਗੇ। ਪਰ ਉਹ ਵੀ ਹੁਣ ਮੈਨੂੰ ਲੱਗਦਾ ਪੋਸੀਬਿਲਿਟੀ ਨਹੀਂ ਆ ਰਹੀ, ਕਿਉਂਕਿ IRCC ਨੇ ਇੱਕ ਟਵੀਟ ਕੀਤਾ ਰੀਸੈਂਟਲੀ 2 ਦਿਨ ਪਹਿਲਾਂ। ਉਹਨਾਂ ਨੇ ਉਹਦੇ ਵਿੱਚ ਸਾਫ਼ ਮੈਂਸ਼ਨ ਕੀਤਾ ਕਿ ਹੁਣ ਜਿਹੜੀ 31 ਦਸੰਬਰ ਤੱਕ ਡੇਟ ਸੀ ਉਹ 30 April 2021 ਹੋ ਚੁੱਕੀ ਹੈ। ਮਤਲਬ ਜੈਨ ਇਨਟੇਕ ਵੀ ਤੇ ਜਿਹੜਾ ਮੇ ਇਨਟੇਕ ਵੀ ਹੈ, ਉਹਨਾਂ ਨੇ ਮੇ ਤੱਕ ਸਾਰਾ ਆਨਲਾਈਨ ਕਰ ਦਿੱਤਾ ਹੈ। ਉਹਨਾਂ ਨੇ ਇੱਥੇ ਰਹਿਣ ਵਾਲੇ ਬੱਚਿਆਂ ਨੂੰ ਵੀ ਇਹੀ ਬੋਲਿਆ ਕਿ ਤੁਸੀਂ ਆਨਲਾਈਨ ਹੀ ਪੜ੍ਹਨਾ ਹੈ ਤੇ ਬਾਹਰੋਂ ਆਉਣ ਵਾਲੇ ਵੀ ਜਿਹੜੀ ਸਟੱਡੀ ਕੰਪਲੀਟ ਕਰਨਗੇ ਆਨਲਾਈਨ ਕਰਨਗੇ। ਬਸ ਇਹਦਾ ਇੱਕ ਬੈਨੀਫਿਟ ਹੈ ਕਿ ਜਿਹੜਾ PGWP ਹੈ, ਕਿ ਜਿਹੜਾ ਤੁਹਾਡਾ ਵਰਕ ਪਰਮਿਟ ਹੈ, ਪੋਸਟ ਗ੍ਰੈਜੂਏਟ ਵਰਕ ਪਰਮਿਟ, ਉਹਦੇ 'ਚ ਕੋਈ ਅਸਰ ਨਹੀਂ ਪਏਗਾ। ਜਿਵੇਂ ਤੁਸੀਂ ਜੇ ਕੈਨੇਡਾ ਨਹੀਂ ਆ ਪਾਉਂਦੇ, ਆਨਲਾਈਨ ਸਟੱਡੀ ਇੰਡੀਆ ਤੋਂ ਪੂਰੀ ਕਰ ਲੈਂਦੇ ਹੋ ਜਾਂ ਕਿਸੇ ਵੀ ਕੰਟਰੀ ਤੋਂ ਪੂਰੀ ਕਰ ਲੈਂਦੇ ਹੋ, ਤੇ ਤੁਹਾਡਾ ਵਰਕ ਪਰਮਿਟ ਜਦੋਂ ਤੁਸੀਂ ਲੈਂਡ ਕਰੋਗੇ ਉਹ ਉਸੇ ਦਿਨ ਤੋਂ ਕਾਊਂਟ ਹੋਏਗਾ। ਮਤਲਬ ਤੁਹਾਨੂੰ ਪੂਰਾ ਵਰਕ ਪਰਮਿਟ ਮਿਲੇਗਾ, ਉਹਦੇ 'ਚ ਕੋਈ ਡਿਡਕਸ਼ਨ ਨਹੀਂ ਹੈਗੀ। ਸੋ ਜਿੱਦਾਂ ਕਿ ਇੱਕ ਕਿਸ ਨੇ ਮੈਨੂੰ ਕੁਐਸਚਨ ਪੁੱਛਿਆ ਸੀ, ਤੁਸੀਂ ਜਿਵੇਂ ਦੱਸਿਆ ਕਿ ਡੈਫਰ ਅੱਗੇ ਕਰ ਲਓ, ਹਨਾ। ਮੈਨੂੰ ਹਾਲੇ ਕੱਲ ਹੀ ਕਿਸ ਨੇ ਪੁੱਛਿਆ ਸੀਗਾ ਕਿ ਜਿੱਦਾਂ ਪਹਿਲੇ ਜਿਹੜੇ ਮੇਨ ਟੇਕ ਸੀ ਉਹਨੇ ਡੈਫਰ ਕਰ ਲਿਆ, ਸੈਪਟੈਂਬਰ ਕਰ ਲਿਆ, ਹਾਂ, ਕਿ ਹੁਣ ਉਹ ਨਹੀਂ ਹੋ ਸਕਦਾ, ਜਿੱਦਾਂ ਜੀ ਹੁਣ ਨਹੀਂ ਕਰ ਸਕਦੇ।
ਤੁਹਾਨੂੰ ਹੁਣ ਸਟੱਡੀ ਪੂਰੀ ਕਰਨੀ ਹੀ ਪਏਗੀ ਇੱਥੇ। ਸੋ ਹਾਂਜੀ। ਕਿੰਨਾ ਟਾਈਮ ਵਾਸਤੇ ਤੁਹਾਨੂੰ ਸਟੱਡੀ ਇੱਥੇ ਕਰਨੀ ਪਏਗੀ, ਇਹ ਕੁਝ ਇੱਕ ਸਮੈਸਟਰ ਜਾਂ ਇੱਕ ਸਾਲ, ਹਲੇ ਇਹੋ ਜਿਹੀ ਕੁਝ ਇਨਫੋਰਮੇਸ਼ਨ? ਹਾਂਜੀ, ਜੇ ਤੁਸੀਂ ਵੈਸੇ ਐਗਜ਼ਾਮਪਲ ਲਈ ਗੱਲ ਕਰੋ ਤਾਂ ਜੇ ਬੱਚਾ ਜਿਨ੍ਹਾਂ ਦੇ 2 ਸਾਲ ਦੇ ਕੋਰਸ ਹੈ, ਉਹ 50% ਸਟੱਡੀ ਇੰਡੀਆ ਤੋਂ ਕਰ ਸਕਦੇ ਆ, 50% ਕੈਨੇਡਾ ਤੋਂ। ਪਰ ਜਿਨ੍ਹਾਂ ਦੇ 8 ਮਹੀਨੇ ਦੇ ਜਾਂ 12 ਮਹੀਨੇ ਦੇ ਮਤਲਬ ਸਾਲ ਦੇ ਕੋਰਸ ਹੈ, ਉਹਨਾਂ ਨੇ ਇਹੀ ਲਿਖਿਆ ਕਿ ਤੁਸੀਂ ਪੂਰੀ ਸਟੱਡੀ ਆਨਲਾਈਨ ਕੰਪਲੀਟ ਕਰ ਲਓ ਤਾਂ ਹੀ ਠੀਕ ਹੈ, ਕਿਉਂਕਿ ਉਹ ਇੱਕ ਸਮੈਸਟਰ ਦੇ ਲਈ ਕਿੱਦਾਂ ਡੈਫਰ ਕਰਨਗੇ। ਜੇ ਜਨਵਰੀ ਤੱਕ ਉਹ ਪੂਰੀ ਕਰ ਲੈਣਗੇ ਤਾਂ ਉਹਨਾਂ ਦੀ ਸਟੱਡੀ ਕਿੰਨੀ ਦੇਰ ਦੀ ਰਹਿ ਜਾਏਗੀ, ਸਾਰੀ 3-4 ਮਹੀਨੇ ਦੀ। ਫਿਰ ਉਹ ਕਿਉਂ ਅਲਾਉ ਕਰਨਗੇ 3-4 ਮਹੀਨੇ ਲਈ ਟਰੈਵਲ ਕਰਨ ਦੇ ਲਈ। ਤੇ ਕੁਝ ਐਸੀ ਪੋਜੀਸ਼ਨਸ ਨੇ ਕਿ ਜੇ ਤੁਹਾਡਾ 1 ਈਅਰ ਦਾ ਕੋਰਸ ਹੈ ਤਾਂ ਮੇਰੇ ਵੱਲੋਂ ਤਾਂ ਮੈਂ ਇਹੀ ਕਹੂੰਗੀ ਕਿ ਬੈਟਰ ਹੈ ਤੁਸੀਂ ਆਨਲਾਈਨ ਕਰ ਲਓ, ਕਿਉਂਕਿ ਵਰਕ ਪਰਮਿਟ ਦਾ ਇਫੈਕਟ ਹੋ ਨਹੀਂ ਰਿਹਾ। ਜਦੋਂ ਵੀ ਤੁਸੀਂ ਲੈਂਡ ਕਰੋਗੇ ਤੁਹਾਨੂੰ 3 ਸਾਲ ਦੇ ਲਈ ਕੈਨੇਡਾ ਰਹਿਣ ਦੇ ਲਈ ਜਿੱਦਾਂ ਕਿ ਪਰਮਿਸ਼ਨ ਤੁਸੀਂ ਦੇ ਰਿਹਾ। ਦੱਸਿਆ ਕਿ ਡੈਫਰ ਜਿਹੜਾ ਤੁਸੀਂ ਕੇਸ ਦੱਸਿਆ ਕਿ ਜਿਹੜੇ ਸਟੇਜ ਹੈਗੇ ਉਹ ਅੱਗੇ ਡੈਫਰ ਹੋ ਜਾਂਦੇ ਹਨ, ਨਹੀਂ ਹੋ ਸਕਦਾ। ਸੋ ਜਿੱਦਾਂ ਕਿ ਸਟੂਡੈਂਟਸ ਜਿਵੇਂ ਹੈਗੇ ਆ, ਉਹ ਇੱਕ ਸਾਲ ਪੂਰਾ ਪੜ੍ਹ ਲੈਂਦੇ ਆ, ਤੁਸੀਂ ਵਰਕ ਪਰਮਿਟ ਬਾਰੇ ਦੱਸਿਆ। ਹੁਣ ਜਿੱਦਾਂ ਕਿ ਮੰਨ ਲਓ ਇੱਕ ਸਟੂਡੈਂਟ ਨੇ ਆਪਣਾ ਪੂਰਾ ਸਾਲ ਖਤਮ ਕਰ ਲਿਆ ਇੱਥੇ ਇੰਡੀਆ ਦੇ ਵਿੱਚ ਬੈਠ ਕੇ, ਉਹਨੇ ਆਪਣਾ ਪੂਰੀ ਸਟੱਡੀ ਕੰਪਲੀਟ ਕਰ ਲਈ ਆਨਲਾਈਨ, ਤੇ ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਹੈ, ਤੇ ਉਸ ਤੋਂ ਬਾਅਦ ਉਹ ਟਰੈਵਲ ਕਰ ਸਕਦਾ ਹੈ, ਫਿਰ ਅਲਾਉ ਕਰਨਗੇ। ਇਹ ਕਿੰਨਾ ਇਹ ਤਾਂ ਨਹੀਂ ਹਲੇ ਗਵਰਨਮੈਂਟ ਨੇ ਦੱਸਿਆ ਹੋਣਾ, ਬਾਅਦ ਹੁਣ ਐਵੇਂ ਹੋਏ ਹਲੇ ਵੈਕਸੀਨ ਨਹੀਂ ਆਈ ਕਰੋਨਾ ਦੀ, ਹੁਣ ਸਾਨੂੰ ਨਹੀਂ ਪਤਾ ਕਿੰਨਾ ਟਾਈਮ ਹੋਰ ਲੱਗੇਗਾ। ਜੀ। ਪਰ ਇੱਕ ਸਾਲ ਐਵੇਂ ਜਿੱਦਾਂ ਨਿਕਲ ਜੇ ਸਟੱਡੀ ਕਰਦੇ ਕਰਦੇ, ਉਸ ਤੋਂ ਬਾਅਦ ਸਟੂਡੈਂਟ ਫਿਰ ਵੇਟ ਕਰ ਰਹੇ ਹੈ ਕਿ ਉਹ ਜਾਣ ਉੱਥੇ, ਉਸ ਤੋਂ ਬਾਅਦ ਉੱਥੇ ਜਿਹੜਾ ਵਰਕ ਪਰਮਿਟ ਉਹਨਾਂ ਨੂੰ ਮਿਲਣਾ ਹੈ ਕੰਮ ਕਰਨ ਜਾ ਕੇ, ਉਹ ਵੀ ਹਲੇ ਕਨਫਰਮ ਨਹੀਂ ਹੈ। ਜੀ ਸੋ ਐਕਚੁਅਲੀ ਇਸ ਸਿਨੈਰੀਓ ਦੇ ਮੇਨ ਵਿੱਚ ਕੀ ਹੋ ਸਕਦਾ ਹੈ? ਦੇਖੋ, ਮੈਂ ਮਤਲਬ ਹਰ ਇੱਕ ਦਾ ਆਪਣਾ ਓਪੀਨੀਅਨ ਹੁੰਦਾ ਹੈ, ਕਿਉਂਕਿ ਐਟ ਦੇ ਐਂਡ ਕਈ ਵਾਰੀ ਜਿਹੜੇ ਬਾਹਰ ਚਲ ਜਾਂਦੇ ਨੇ, ਜੇ ਉਹ ਕੁਝ ਕਹਿੰਦੇ ਆ ਤਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਾਣ ਕੇ ਕਹਿ ਰਹੇ ਆ, ਇਹ ਪਹੁੰਚ ਗਏ ਤੇ ਇਹਨਾਂ ਨੂੰ ਗੱਲਾਂ ਆ ਰਹੀਆਂ ਦੂਸਰਿਆਂ ਨੂੰ ਦੱਸ ਰਹੇ। ਏਦਾਂ ਨਹੀਂ ਹੁੰਦਾ। ਅਸੀਂ ਇੱਥੇ ਤੁਹਾਨੂੰ ਕਰੰਟ ਸਿਨੈਰੀਓ ਦੱਸ ਸਕਦੇ ਹਾਂ। ਮੈਂ ਤਾਂ ਇਹੀ ਸੁਜੈਸਟ ਕਰੂੰਗੀ ਕਿ ਜੇ ਕੋਈ ਬੱਚਾ, ਦੇਖੋ ਆਲਰੇਡੀ ਮੇਰਾ ਵੀ ਇੱਕ ਸਮੈਸਟਰ ਜਿਹੜਾ ਹੈ ਡੈਫਰ ਹੋਇਆ ਸੀਗਾ। ਜੇ ਇਹ ਵਾਲਾ ਸਮੈਸਟਰ ਵੀ ਮੈਂ ਡੈਫਰ ਕਰ ਦਿੰਦੀ ਤਾਂ ਤੁਸੀਂ ਸਮਝ ਲਓ ਕਿ ਸਾਲ ਤਾਂ ਮੇਰਾ ਵੈਸੇ ਹੀ ਵੇਸਟ ਹੋ ਗਿਆ, ਤੇ ਵਰਕ ਪਰਮਿਟ ਦੇ ਫਰਕ ਤਾਂ ਪੈ ਨਹੀਂ ਰਿਹਾ। ਤਾਂ ਬੱਚਿਆਂ ਨੂੰ ਆਲਰੇਡੀ ਇਹ ਸੋਚਣਾ ਚਾਹੀਦਾ ਹੈ ਕਿ ਉਹ ਜੇ ਸਾਲ ਪੜ੍ਹ ਵੀ ਲੈਣਗੇ ਉੱਥੇ ਤਾਂ ਉਹਦੇ 'ਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ। ਉਹ 3 ਸਾਲ ਇੱਥੇ ਆਰਾਮ ਨਾਲ ਕੰਮ ਕਰ ਸਕਦੇ ਆ, ਬਲਕਿ ਉਹਨਾਂ ਲਈ ਕਿਤੇ ਨਾ ਕਿਤੇ ਫਾਇਦਾ ਹੈ। ਬਾਕੀ ਇੱਕ ਬਟ ਚੀਜ਼ ਜ਼ਰੂਰ ਹੈ ਕਿ ਜਿਹੜਾ ਹਾਂ, ਜਿਹੜਾ ਜਿਨ੍ਹਾਂ ਦੀ ਸਟੈਂਪਿੰਗ ਹੋ ਚੁੱਕੀ ਹੈ, ਜਿਨ੍ਹਾਂ ਦੀ ਸਾਰਾ ਕੁਝ ਡਨ ਹੈ, ਉਹ ਬੱਚੇ ਜੋ ਮਰਜ਼ੀ ਡਿਸੀਜਨ ਲੈ ਲੈਣ, ਉਹਨਾਂ ਲਈ ਕੋਈ ਇਸ਼ੂ ਨਹੀਂ ਹੈ 18 ਮਾਰਚ ਤੋਂ ਪਹਿਲਾਂ ਦੇ ਲਈ। ਪਰ ਜਿਹੜੇ ਬੱਚੇ ਨਵਾਂ ਲੈਣ ਦੇ ਸੋਚ ਰਹੇ ਆ ਕਿ ਅਸੀਂ ਪਹਿਲਾਂ ਲੈ ਲੈਂਦੇ ਹਾਂ ਕਿ ਸ਼ਾਇਦ ਸਾਨੂੰ ਬੁਲਾ ਲੈਣਗੇ, ਅਸੀਂ ਐਡਮਿਸ਼ਨ ਪੱਕੀ ਕਰ ਲੈਂਦੇ ਹਾਂ ਸ਼ਾਇਦ ਸਾਨੂੰ ਬੁਲਾ ਲੈਣਗੇ, ਕਿ ਜਿਨ੍ਹਾਂ ਦੀ ਹਾਲੇ ਤੁਸੀਂ ਇਹ ਸੋਚੋ ਕਿ ਜਿਨ੍ਹਾਂ ਦੀ ਸਟੈਂਪਿੰਗ ਹੋਈ ਹੈ ਉਹਨਾਂ ਲਈ ਇੰਨਾ ਰਿਸਕ ਹੈ। ਜਿਨ੍ਹਾਂ ਦਾ ਵੀਜ਼ਾ ਹੀ ਨਹੀਂ ਆਇਆ, ਉਹ ਬੱਚੇ ਕਿਉਂ ਆਪਣਾ ਟਾਈਮ ਖਰਾਬ ਕਰ ਰਹੇ ਨੇ? ਜਿਹੜਾ 6 ਮਹੀਨੇ ਉਹ ਪੜ੍ਹਨਗੇ ਤਾਂ ਇਸ ਤੋਂ ਬੈਟਰ ਉਹ 6 ਮਹੀਨੇ ਥੋੜਾ ਵੇਟ ਕਰ ਲੈਣ, ਉਹ ਇਨਟੇਕ ਹੀ ਆਪਣਾ ਬਾਅਦ ਚ ਲੈ ਲੈਣ। ਜ਼ਰੂਰੀ ਹੈ ਹੁਣੇ ਆਫਰ ਲੈਟਰ ਲੈ ਕੇ ਤੇ ਟਾਈਮ, ਕਿਉਂਕਿ ਦੇਖੋ ਜੇ ਉਹਨਾਂ ਨੂੰ ਆਫਰ ਲੈਟਰ ਆ ਗਿਆ, ਉਹਨਾਂ ਨੇ ਫੀਸ ਭਰਤੀ, ਤਾਂ ਫਿਰ ਮੈਂਟਲ ਸਟ੍ਰੈਸ ਹੈ, ਤਾਂ ਫਿਰ ਉਹਨਾਂ ਨੂੰ ਸਾਰਾ ਟਾਈਮ ਮਨ ਦੇ ਵਿੱਚ ਇਹੀ ਰਹੇਗਾ ਕਿ ਜਾਣਾ ਹੈ ਜਾਣਾ ਹੈ। ਫਿਰ ਦਿਨ ਰਾਤ ਦਾ ਜਿਹੜਾ ਫਰਕ ਹੈ ਉਹ ਖਤਮ ਹੋ ਜਾਂਦਾ ਹੈ, ਕਿਉਂਕਿ ਸਾਨੂੰ ਕਾਲਜ ਦੀਆਂ ਮੇਲਸ ਪੜ੍ਹਨ ਦੇ ਲਈ ਰਾਤ ਰਾਤ ਉੱਠਣਾ ਪੈਂਦਾ ਹੈ। ਤਾਂ ਬੈਟਰ ਇਹੀ ਹੈ ਕਿ ਜਿਨ੍ਹਾਂ ਨੇ ਨਵੀਂ ਐਡਮਿਸ਼ਨਸ ਲਈ ਅਪਲਾਈ ਕਰਨਾ ਹੈ, ਉਹ ਥੋੜਾ ਵੇਟ ਕਰ ਲੈਣ, ਕਿਉਂਕਿ ਇੱਕ ਗੱਲ ਪੱਕੀ ਹੈ ਕਿ ਨਵੰਬਰ ਦਸੰਬਰ ਦੇ ਵਿੱਚ ਗਵਰਨਮੈਂਟ ਨੇ ਨਵੀਂ ਅਨਾਉਂਸਮੈਂਟਸ ਕਰਨੀ ਹੈ। ਹਾਲੇ ਉਹ ਜੈਨ ਇਨਟੇਕ ਜਾਂ ਮਈ ਇਨਟੇਕ ਦੇ ਵਿੱਚ ਆਨਲਾਈਨ ਹੀ ਪੜ੍ਹਾਈ ਕਹਿ ਰਹੇ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿ ਰਹੇ। ਬਟ ਵੇਟ ਕਰਨੀ ਚਾਹੀਦੀ ਹੈ ਦਸੰਬਰ ਤੱਕ ਐਟਲੀਸਟ, ਕਿਉਂਕਿ ਦਸੰਬਰ ਦੀ ਛੁੱਟੀਆਂ ਤੋਂ ਬਾਅਦ 2021 ਦੇ ਵਿੱਚ ਕੈਨੇਡਾ ਗਵਰਨਮੈਂਟ ਪੱਕਾ ਨਵੇਂ ਗਾਈਡਲਾਈਨਸ ਦੇ ਨਾਲ ਆਏਗੀ। ਹਾਂਜੀ ਜੀ, ਬਿਲਕੁਲ। ਜਿੱਦਾਂ ਕਿ ਕੁਝ ਦਿਨਾਂ ਪਹਿਲੇ ਉਹਨਾਂ ਦੇ ਗਾਈਡਲਾਈਨਸ ਕੁਝ ਹੋਰ ਸੀ, ਹੁਣ ਉਹਨਾਂ ਦੀ ਗਾਈਡਲਾਈਨਸ ਕੁਝ ਹੋਰ ਹੈ। ਮੇ ਬੀ ਇਨ ਫਿਊਚਰ ਉਹਨਾਂ ਦੀ ਗਾਈਡਲਾਈਨਸ ਕੁਝ ਜਿਹੜੀ ਹੈਗੀਆਂ ਕੁਝ ਹੋਰ ਆ ਜਾਣ, ਤਾਂ ਜਿਹੜੇ ਸਟ੍ਰਿਕਨੈਸ ਹੁੰਦੀ ਹੈ ਉਹ ਨਾ ਹੋਏ, ਤੇ ਕੁਝ ਜੀ। ਬੱਚਿਆਂ ਨੂੰ ਅਲਾਓ ਕਰ ਦੇਣ। ਮੇ ਬੀ ਜਿਹੜੇ ਹਲੇ ਫਸੇ ਹੋਏ ਨੇ, ਜਿਨ੍ਹਾਂ ਨੇ ਆਪਣੀ ਟਿਕਟ ਕਰਵਾਈਆਂ ਹੋਈਆਂ, ਜਿਨ੍ਹਾਂ ਦਾ ਹੁਣ ਸ਼ੁਰੂ ਹੋਣ ਵਾਲਾ ਹੈ ਸਮੈਸਟਰ, ਉਹ ਚਲੀ ਜਾਣ। ਜੀ। ਮਗਰ ਹਲੇ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਹਲੇ ਤੱਕ ਜਨਵਰੀ ਤੋਂ ਪਹਿਲਾਂ ਇਹਨਾਂ ਨੇ ਕੁਝ ਨਹੀਂ ਖੋਲ੍ਹਣਾ ਹਲੇ। ਬਿਲਕੁਲ। ਸੋ ਸੋ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਘਰੇ ਬੈਠ ਕੇ ਪੜ੍ਹ ਲਓ, ਹਨਾ, ਇੰਡੀਆ ਦੇ ਵਿੱਚ ਪੜ੍ਹ ਲੈਣਾ ਚਾਹੀਦਾ, ਟਾਈਮ ਖਰਾਬ ਨਹੀਂ ਕਰਨਾ। ਮੈਂ ਬਿਲਕੁਲ ਸਹਿਮਤ ਕਰਦਾ ਤੁਹਾਡੇ ਨਾਲ, ਬਟ
ਜਦੋਂ ਤੁਸੀਂ ਫੀਸ ਦਿੱਤੀ ਹੁੰਦੀ ਹੈ ਇੱਥੋਂ ਇੰਡੀਆ ਦੇ ਵਿੱਚ ਤੁਸੀਂ ਫੀਸ ਪੇ ਕਰਤੀ ਹੈ ਉੱਥੇ ਪੜ੍ਹਨ ਵਾਸਤੇ, ਤਾਂ ਕਿਤੇ ਨਾ ਕਿਤੇ ਬੱਚੇ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਜੀ ਆਪਾਂ ਉੱਥੇ ਜਾ ਕੇ ਹੀ ਪੜ੍ਹੀਏ, ਆਪਾਂ ਫੀਸ ਕਿਉਂਕਿ ਉੱਥੇ ਪੜ੍ਹਨ ਵਾਸਤੇ ਦੇ ਰਹੇ ਹਾਂ, ਇੱਥੇ ਬਿਲਕੁਲ ਪੜ੍ਹਨ ਵਾਸਤੇ ਨਹੀਂ ਦੇ ਰਹੇ। ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹੋ ਜਿਹੀ ਚੀਜ਼ਾਂ ਆਉਂਦੀਆਂ ਸੀ ਕਿ ਜਦੋਂ ਤੁਸੀਂ ਇੱਥੇ ਸੀਗੇ, ਬਿਕੋਜ਼ ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਹਾਡਾ ਬਹੁਤ ਪਹਿਲੇ ਦਾ ਵੀਜ਼ਾ ਆਇਆ ਹੋਇਆ, ਜੀ ਤੁਹਾਡਾ ਜੀ ਕਦੋਂ ਦਾ ਵੀਜ਼ਾ ਆਇਆ ਹੋਇਆ ਮੇਰਾ ਵੀਜ਼ਾ ਆਇਆ ਸੀਗਾ ਸੀਗਾ? ਜਨਵਰੀ ਦਾ, 28 ਜਨਵਰੀ ਜਨਵਰੀ। ਦਾ ਆਇਆ ਸੀਗਾ ਤੇ ਤੁਸੀਂ ਹੁਣ ਆਏ ਹੋ ਅਗਸਤ ਦੇ ਵਿੱਚ ਆਏ ਹਾਂਜੀ ਹੋ। ਹੁਣ ਕਿੰਨੀ ਟਰੈਵਲ ਅਗਸਤ ਕਰਕੇ। ਨੂੰ ਤੁਸੀਂ ਲੈਂਡ ਕੀਤੇ ਹੋ ਹਾਂਜੀ ਕੈਨੇਡਾ? 21 ਅਗਸਤ ਦੀ ਸੀਗੀ ਮੇਰੀ ਫਲਾਈਟ। ਓਕੇ, ਹਾਂਜੀ ਸੋ ਆਲਮੋਸਟ ਅੱਧਾ ਸਾਲ ਤਾਂ ਹੋ ਹੀ ਗਿਆ ਜੀ ਜੀ ਕਿ ਹਨਾ, ਜੈਨ ਦੇ ਵਿੱਚ ਤੁਸੀਂ ਤੁਹਾਡਾ ਵੀਜ਼ਾ ਆਇਆ ਸੀਗਾ ਤੇ ਹੁਣ ਹਾਂਜੀ ਅਗਸਤ ਚੱਲ ਰਿਹਾ, 10 ਸਾਲ ਤਾਂ ਹੋ ਹੀ ਗਿਆ ਕਿ ਤੁਸੀਂ ਵੇਟ ਕੀਤੀ, ਇੰਨੀ ਪੇਸ਼ੈਂਸ ਜੀ ਰੱਖੀ। ਸੋ ਤੁਹਾਡੇ ਮਨ ਦੇ ਵਿੱਚ ਕਦੀ ਏਦਾਂ ਆਉਂਦਾ ਸੀਗਾ ਕਿ ਮੈਂ ਇੱਥੇ ਬੈਠ ਕੇ ਕਿਉਂ ਪੜਾਂ, ਕਿ ਮੈਂ ਹਾਂਜੀ ਫੀਸ ਤਾਂ ਉੱਥੇ ਇਹ ਪੜਨ ਵਾਸਤੇ ਦਿੱਤੀ ਹੈ? ਬਿਲਕੁਲ ਹਮੇਸ਼ਾ ਆਉਂਦਾ ਹੈ, ਹਰ ਬੱਚੇ ਦੇ ਮਨ ਚ ਆਉਂਦਾ ਹੈ। ਜਦੋਂ ਤੁਸੀਂ ਪੈਸੇ ਭਰ ਦਿੰਦੇ ਹੋ ਤਾਂ ਫਿਰ ਤੁਹਾਡੇ ਮਨ ਚ ਇਹ ਗੱਲ ਰਹਿੰਦੀ ਹੀ ਨਹੀਂ ਹੈ ਕਿ ਅਸੀਂ ਇੱਥੇ ਇੰਡੀਆ ਚ ਰਹਿ ਕੇ ਪੜ੍ਹ ਲਈਏ। ਪਰ ਕਈ ਬੱਚੇ ਏਦਾਂ ਦੇ ਨੇ, ਮੇਰਾ ਇੱਕ ਨੋਨ ਹੈ, ਕੱਲ ਪਰਸੋਂ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਪੂਰਾ ਇੱਕ ਸਮੈਸਟਰ ਆਪਣਾ ਮਈ ਤੋਂ ਲੈ ਕੇ ਸਪਟੈਂਬਰ ਤੱਕ ਆਨਲਾਈਨ ਕੀਤਾ ਹੈ। ਓਕੇ। ਆਨਲਾਈਨ ਕਰਨ ਤੋਂ ਬਾਅਦ ਉਹਨਾਂ ਦੇ ਅੱਛੇ ਮਾਰਕਸ ਵੀ ਆਏ ਹੈ। ਹੁਣ ਉਹਨਾਂ ਕੋਲ ਇੱਕ ਵੈਲਿਡ ਰੀਜ਼ਨ ਹੈ ਕਿ ਮੈਂ ਇੱਕ ਸਮੈਸਟਰ ਆਨਲਾਈਨ ਪੜ੍ਹ ਚੁੱਕਿਆ ਤੇ ਹੁਣ ਮੈਨੂੰ ਇੱਕ ਸਮੈਸਟਰ ਦਾ ਮੈਂ ਆਈਡੀਆ ਲੈ ਕੇ ਦੇਖ ਲਿਆ, ਹੁਣ ਮੈਂ ਅਗਲਾ ਸਮੈਸਟਰ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਂ ਟਰੈਵਲ ਕਰ ਰਿਹਾ। ਉਹ ਵੀ ਰੀਜ਼ਨ ਇੱਕ ਸਟਰੋਂਗ ਰੀਜ਼ਨ ਹੈ। ਜਨਵਰੀ ਸੋ ਇਨਟੇਕ ਤੱਕ ਆਪਣਾ ਰਿਸਕ ਲੈ। ਉਹਨਾਂ ਨੂੰ ਟਰੈਵਲ ਕਰਨ ਵਾਸਤੇ ਅਲਾਉ ਕਰ ਦਿੱਤਾ ਹੋਇਆ? ਹਾਂਜੀ ਹਾਂਜੀ ਓਕੇ, ਸੋ ਇੱਕ ਬੜਾ ਅੱਛਾ ਤੁਸੀਂ ਵੈਲਿਡ ਰੀਜ਼ਨ ਦੱਸਿਆ ਹਨਾ ਜੀ ਕਿ ਤੁਸੀਂ ਟਰੈਵਲ ਕਿਉਂ ਕਰ ਸਕਦੇ ਹੋ। ਤੁਸੀਂ ਆਪਣੀ ਪੜ੍ਹਾਈ ਇੱਥੇ ਸ਼ੁਰੂ ਕਰ ਲਓ, ਕੁਛ ਬਿਲਕੁਲ ਇੱਕ ਸਮੈਸਟਰ ਪੜ੍ਹਨ ਤੋਂ ਬਾਅਦ ਤੁਸੀਂ, ਜਿਵੇਂ ਤੁਹਾਡਾ 2 ਸਾਲ ਦਾ ਕੋਰਸ ਹੈ, ਤੁਸੀਂ ਇੱਕ ਸਮੈਸਟਰ ਪੜ੍ਹ ਕੇ ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ। ਜੀ ਈਵਨ ਕੈਨੇਡਾ ਨੇ ਓਪਨ ਕੀਤਾ ਕਿ ਤੁਸੀਂ ਇਨ ਬਿਟਵੀਨ ਕਦੀ ਵੀ ਟਰੈਵਲ ਕਰ ਸਕਦੇ ਹੋ। ਤਾਂ ਮੇਰਾ ਮੰਨਣਾ ਇਹ ਹੈ ਕਿ ਜਨਵਰੀ ਇਨਟੇਕ ਤੱਕ ਵੇਟ ਕਰਨ ਤੋਂ ਬੈਟਰ ਤੁਸੀਂ ਪੜ੍ਹਨਾ ਸ਼ੁਰੂ ਕਰ ਦਿਓ। ਦਸੰਬਰ ਜਨਵਰੀ ਜਦੋਂ ਤੁਹਾਨੂੰ ਆਪਣਾ ਲੱਗਦਾ ਹੈ ਕਿ ਮੈਂ ਨਹੀਂ ਕੰਫਰਟੇਬਲ, ਮੈਂ ਹੁਣ ਟਰੈਵਲ ਕਰਾਂ, ਟਿਕਟਸ ਲੈ ਕੇ, ਤੇ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ। ਇਨ ਬਿਟਵੀਨ ਨਹੀਂ ਰੋਕ ਰਹੇ। ਉਦੋਂ ਤਾਂ ਤੁਹਾਡੇ ਕੋਲ ਪ੍ਰੂਫ ਵੀ ਹੋਣਗੇ ਕਿ ਦੇਖੋ ਮੈਂ ਆਪਣੇ ਪ੍ਰੋਜੈਕਟ ਸਬਮਿਸ਼ਨ ਕਰ ਰਿਹਾ ਸੀ ਤੇ ਨੈਟ ਪ੍ਰੋਬਲਮ ਕਰਕੇ ਅਸੀਂ ਇਹਨਾਂ ਨੂੰ ਟਾਈਮ ਤੇ ਨਹੀਂ ਦੇ ਪਾਏ। ਬਿਲਕੁਲ, ਨੈਟ ਪ੍ਰੋਬਲਮ ਤਾਂ ਇੱਕ ਬਹੁਤ ਵੱਡਾ ਇਸ਼ੂ ਇੰਡੀਆ ਦੇ ਵਿੱਚ ਹੈਗਾ ਕਿ ਜੀ ਹਾਂ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ, ਈਵਨ ਜੀ ਜਦੋਂ ਮੈਂ ਤੁਹਾਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਮੈਨੂੰ ਇੱਥੇ ਫੋਨ ਤੇ ਇੰਨੀ ਪ੍ਰੋਬਲਮ ਆ ਰਹੀ ਹੈ। ਸੋ ਜੀ ਬੱਚਿਆਂ ਨੂੰ ਕਿੰਨੀ ਕੁ ਦਿੱਕਤ ਆਏਗੀ ਇਹ ਤਾਂ ਤੁਸੀਂ ਬਖੂਬੀ ਜਾਣਦੇ ਹੋ ਨਾ। ਹੁਣ ਜਿੱਦਾਂ ਕਿ ਤੁਸੀਂ 7 ਦਿਨ ਰਹਿ ਚੁੱਕੇ ਹੋ, 7 ਦਿਨ ਹੋਰ ਤੁਸੀਂ ਕੰਪਲੀਟ ਕਰਨੇ, ਉਸ ਤੋਂ ਬਾਅਦ ਤੁਹਾਡਾ ਕੀ ਸਿਨੈਰੀਓ ਰਹੇਗਾ ਤੁਹਾਡੀ ਜੀ ਸਟੱਡੀਜ਼ ਨੂੰ ਲੈ ਕੇ? ਹਾਂਜੀ ਤੁਸੀਂ ਕੀ ਬਿਲਕੁਲ। ਕਰੋਗੇ ਅੱਗੇ? ਹਾਂਜੀ ਹਾਂਜੀ ਜਿੱਦਾਂ ਮੇਰੀ 14 ਸਪਟੈਂਬਰ ਤੋਂ ਕਲਾਸ ਸ਼ੁਰੂ ਹੋਣੀ ਹੈ, ਤੇ ਦੇਖੋ ਜੇ ਅਸੀਂ ਲੈਂਡ ਕਰ ਚੁੱਕੇ ਹਾਂ ਤਾਂ ਸਾਡੇ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ। ਤੇ ਜੇ ਕੈਨੇਡਾ ਦਾ ਤੁਸੀਂ ਕਰੰਟ ਸਿਨੈਰੀਓ ਦੇਖੋ, ਹਾਲਾਤ ਦੇਖੋ, ਤਾਂ ਬਹੁਤ ਸਾਰੇ ਕੰਮ ਇੱਥੇ ਵੀ ਬੰਦ ਨੇ। ਲੋਕਾਂ ਨੇ ਬਹੁਤ ਸਾਰਾ ਸਟਾਫ ਜਿਹੜਾ ਹੈ ਉਹ ਘਟਾਇਆ ਹੋਇਆ। ਤੇ ਉਮੀਦ ਹੈ ਅਸੀਂ ਸਾਰੇ ਪਾਸੇ ਆਪਣੀ ਜੌਬ ਦੇ ਲਈ ਲਿਸਟਿੰਗ ਕੀਤੀ ਹੋਈ ਹੈ। ਜਿੱਥੋਂ ਵੀ ਸਾਨੂੰ ਇੱਕ 15 ਦਿਨਾਂ ਦੇ ਵਿੱਚ ਜਾਂ ਇਸ ਮਹੀਨੇ ਦੇ ਵਿੱਚ ਕਾਲ ਆਉਂਦੀ ਹੈ, ਜਿਹੜੇ ਵੀ ਬੱਚੇ ਲੈਂਡ ਕੀਤੇ ਨੇ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਜਿਹੜਾ ਬੱਚਾ ਲੈਂਡ ਕਰ ਜਾਂਦਾ ਹੈ, ਕੈਨੇਡੀਅਨ ਗਵਰਨਮੈਂਟ ਦੇ ਉੱਤੇ ਬੜੀ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਇਹ ਵਿਹਲਾ ਨਾ ਬੈਠੇ, ਕਿਉਂਕਿ ਉਹਨਾਂ ਦੇ ਉੱਤੇ ਬੋਝ ਬਣਦੇ ਨੇ ਐਟ ਲਾਸਟ। ਇਸ ਕਰਕੇ ਉਹ ਪਹਿਲੇ ਜਿਹੜੇ ਇੰਟਰਨਲ ਸਟੂਡੈਂਟ ਪਹੁੰਚ ਚੁੱਕੇ ਨੇ ਉਹਨਾਂ ਦੇ ਲਈ ਕੁਝ ਅੱਛਾ ਕਰਨਗੇ। ਉਮੀਦ ਹੈ ਕਿ ਜਿਹੜੇ ਬੱਚੇ ਹੁਣ ਤੱਕ ਆ ਚੁੱਕੇ ਨੇ ਉਹਨਾਂ ਨੂੰ ਅਗਲੇ ਮਹੀਨੇ ਤੱਕ ਜੌਬਸ ਦੀ ਜਿਹੜੀ ਹੈ ਉਹ ਜ਼ਰੂਰ ਗਵਰਨਮੈਂਟ ਪ੍ਰੋਵਾਈਡ ਕਰਨਗੇ। ਬਾਕੀ ਜਦੋਂ ਕੋਈ ਜੌਬ ਮਿਲਦੀ ਹੈ ਜਾਂ ਨਹੀਂ ਮਿਲਦੀ, ਉਹ ਮੈਂ ਤੁਹਾਨੂੰ ਨੈਕਸਟ ਮਹੀਨੇ ਜ਼ਰੂਰ ਸ਼ੇਅਰ ਕਰ ਸਕਦੀ ਹਾਂ ਕਿ ਜੌਬਸ ਨੂੰ ਲੈ ਕੇ ਇੱਥੇ ਕੀ ਹਾਲਾਤ ਹੈ। ਕਿਉਂਕਿ ਹਾਲੇ ਮੈਂ ਲੌਕ ਆ, ਮੈਂ ਟਰੈਵਲ ਐਕਸਪੀਰੀਅੰਸ ਤੇ ਉਹ ਸਾਰੀ ਚੀਜ਼ਾਂ ਤੁਹਾਨੂੰ ਦੱਸ ਸਕਦੀ ਹਾਂ, ਕਿਉਂਕਿ ਕਾਲਜ ਅਪਡੇਟਸ ਜਿਵੇਂ ਮੇਰਾ ਵਰਕ ਹੋ ਜਾਏਗਾ ਤਾਂ ਮੈਂ ਤੁਹਾਨੂੰ ਜ਼ਰੂਰ ਦੁਬਾਰਾ ਇਹ ਚੀਜ਼ ਡਿਸਕਸ ਕਰੂੰਗੀ ਕਿ ਕੰਮ ਦਾ ਜਿਹੜਾ ਬਾਹਰ ਹਾਲਾਤ ਹੈ ਉਹ ਕਿੰਨੇ ਵਧੀਆ ਨੇ ਤੇ ਕਿਵੇਂ ਨਹੀਂ ਠੀਕ। ਬਿਲਕੁਲ ਜੀ, ਤੁਸੀਂ ਆਪਣਾ ਜਿਹੜਾ ਵਰਕ ਐਕਸਪੀਰੀਅੰਸ ਤੇ ਬਾਕੀ ਜਿਹੜੇ ਸਟੂਡੈਂਟਸ ਇੱਥੇ ਬੈਠੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ, ਤੇ ਜੀ ਹੋਰ ਜਿਹੜੇ ਵੀ ਕੁਐਸਚਨਸ ਹੈਗੇ ਆ ਹਨਾ, ਕਮੈਂਟਾਂ ਰਾਹੀਂ ਤੁਸੀਂ ਆਪਣੇ ਕੁਐਸਚਨਸ ਪੁੱਛ ਸਕਦੇ ਹੋ ਤੇ ਆਪਾਂ ਉਹਨਾਂ ਦਾ ਆਨਸਰ ਜ਼ਰੂਰ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਰਾਈਟ, ਸੋ ਥੈਂਕ ਯੂ ਸੋ ਮਚ ਹਰਸਿਮਰਨ, ਇੰਨੀ ਥੈਂਕ ਸਾਰੀ ਯੂ ਇਨਫੋਰਮੇਸ਼ਨ ਸਟੂਡੈਂਟਸ ਨੂੰ ਦੇਣ ਵਾਸਤੇ, ਤੇ ਅੱਗੇ ਵੀ ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ ਹੋਰ ਇਨਫੋਰਮੇਸ਼ਨ। ਥੈਂਕ ਯੂ ਸੋ ਮਚ, ਥੈਂਕ ਯੂ। ਥੈਂਕ ਯੂ। ਹੋਏ ਸੀਗੇ ਹਰਸਿਮਰਨ ਸਾਡੇ ਨਾਲ, ਸੋ ਤੁਹਾਨੂੰ ਕਾਫੀ ਸਾਰੀ ਇਨਫੋਰਮੇਸ਼ਨ ਹੈ। ਸੋ ਅਗਲੀ ਵਾਰੀ ਅਸੀਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਓਨਲੀ ਔਨ ਯੂਰ ਆਪਣਾ ਫਿਲਮੀ ਠੇਕਾ ਦੇਸੀ ਕੈਮਰੇ ਦੀ। ਸਾਈਨਿੰਗ ਆਊਟ ਨਾਮ ਮੈਂ